ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਨਾਰਥ ਅਮਰੀਕਾ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਬੈਠ ਕੇ ਦੇਖ ਸੁਣ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਤਾਂ ਭਾਰਤ ਦੇ ਵਿੱਚ ਖਾਸ ਤੌਰ 'ਤੇ ਔਰਤਾਂ ਦੀ ਸੁਰੱਖਿਆ ਦੇ ਹਵਾਲੇ ਦੇ ਨਾਲ ਜਿਹੜੀ ਸਥਿਤੀ ਬਣੀ ਹੋਈ ਹੈ ਜਾਂ ਜਿਹੜਾ ਇਹ ਇਸ਼ੂ ਹੈ ਉਹਨੂੰ ਜਿਸ ਹਿਸਾਬ ਨਾਲ ਇੰਟਰਨੈਸ਼ਨਲੀ ਵੀ ਮੀਡੀਆ ਕਵਰੇਜ ਮਿਲੀ ਹੈ, ਉਹ ਭਾਰਤ ਦਾ ਅਕਸ ਇੰਟਰਨੈਸ਼ਨਲੀ ਵੀ ਕਾਫੀ ਜਿਹੜਾ ਹੈਗਾ ਉਹਦੇ 'ਤੇ ਕੁਐਸਚਨ ਮਾਰਕ ਲੱਗ ਰਹੇ ਆ ਅਤੇ ਇਹ ਸਾਰੇ ਦੇ ਉੱਪਰ ਜਿਹੜੀ BJP ਦੀ ਕਾਰਗੁਜ਼ਾਰੀ ਹੈਗੀ ਹੈ ਉਹਦੇ 'ਤੇ ਬੜੇ ਵੱਡੇ ਸਵਾਲੀਆ ਨਿਸ਼ਾਨ ਲਾਏ ਜਾ ਰਹੇ ਨੇ। ਖਾਸ ਤੌਰ 'ਤੇ ਦੋ ਘਟਨਾਵਾਂ, ਭਾਵੇਂ ਉਹ ਕਠੂਆ ਦੀ ਹੋਵੇ ਜਾਂ ਉਨਾਓ ਦੀ ਹੋਵੇ, ਜਾਂ ਓਵਰਆਲ ਜਦੋਂ ਅਸੀਂ ਦਿੱਲੀ ਨੂੰ ਵੀ ਰੇਪ ਕੈਪੀਟਲ ਕਿਹਾ ਜਾਂਦਾ ਤਾਂ ਇਹ ਜਿਹੜੀ ਸਥਿਤੀ ਬਣੀ ਹੋਈ ਹੈ ਇਹਦੇ ਪਿੱਛੇ ਮੈਂਟੈਲਿਟੀ ਕੀ ਕੰਮ ਕਰਦੀ ਹੈ, ਇਸ ਬਾਰੇ ਬਹੁਤ ਘੱਟ ਵਿਚਾਰ ਚਰਚਾ ਹੁੰਦੀ ਹੈ। ਇਸ ਦੇ ਉੱਪਰ ਅੱਜ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਸਥਿਤੀ ਇੱਦਾਂ ਦੀ ਇਹ ਬਣ ਚੁੱਕੀ ਹੈ ਭਾਰਤ ਦੇ ਵਿੱਚ, ਜਾਂ ਇਹ ਮੈਂਟੈਲਿਟੀ ਐਗਜ਼ੈਕਟਲੀ ਹੈ ਕਿ ਜਿਸ ਦੇ ਥੱਲੇ ਇੱਦਾਂ ਦੀਆਂ ਘਟਨਾਵਾਂ ਨੂੰ ਈਵਨ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਹ ਮੁੱਖ ਸਿਆਸੀ ਪਾਰਟੀਆਂ ਹੋਣ ਜਾਂ ਅੱਜ ਜਿਸ ਸਿਆਸੀ ਪਾਰਟੀ ਦਾ BJP ਦਾ ਭਾਰਤ ਦੇ ਵਿੱਚ ਉਹਨਾਂ ਦੀ ਸਰਕਾਰ ਹੈਗੀ ਹੈ, ਉਹਨਾਂ ਵੱਲੋਂ ਵੀ ਕਿਤੇ ਨਾ ਕਿਤੇ ਇਹ ਸਾਰੇ ਘਟਨਾਕ੍ਰਮ ਨੂੰ ਜਸਟੀਫਾਈ ਕਰਨ ਦੀ ਜਿਹੜੀ ਕੋਸ਼ਿਸ਼ ਹੈ ਲੋਅਰ ਲੈਵਲ ਤੋਂ ਲੈ ਕੇ ਅਪਰ ਲੈਵਲ ਤੱਕ ਉਹ ਕੀਤੀ ਗਈ ਹੈ। ਸੋ ਇਸ ਦੇ ਬਿਹਾਈਂਡ ਕੀ ਕਾਰਨ ਨੇ ਤੇ ਉਹਨੂੰ ਕਿਵੇਂ ਅਸੀਂ ਐਨਾਲਾਈਜ਼ ਕਰ ਸਕਦੇ ਹਾਂ, ਕਿਵੇਂ ਦੇਖ ਸਕਦੇ ਹਾਂ, ਇਸ ਸਾਰੇ ਇਸ਼ੂ ਦੇ ਉੱਪਰ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਚੰਡੀਗੜ੍ਹ ਤੋਂ ਰੋਜ਼ਾਨਾ ਪਹਿਰੇਦਾਰ ਅਖਬਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾ ਫੋਨ ਲਾਈਨ ਤੇ ਜੁੜੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਹੇਰਾ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੇਰਾ ਸਾਹਿਬ, ਜਿਵੇਂ ਮੈਂ ਇੰਟਰੋਡਕਸ਼ਨ ਦੇ ਵਿੱਚ ਵੀ ਗੱਲ ਕੀਤੀ ਹੈ ਕਿ ਇਸ ਦੇ ਪਿੱਛੇ ਜਿਹੜੀ ਸੋਚ ਕੰਮ ਕਰਦੀ ਹੈ, ਮੈਂਟੈਲਿਟੀ ਕੰਮ ਕਰਦੀ ਹੈ ਕਿ ਕਿਉਂ ਇਹ ਸਾਰੇ ਘਟਨਾਕ੍ਰਮ ਨੂੰ ਜਸਟੀਫਾਈ ਕਿਉਂ ਕੀਤਾ ਜਾਂਦਾ ਹੈ, ਜਾਂ ਜਦੋਂ ਅਸੀਂ ਇਸ ਦੇ ਪਿੱਛੇ BJP ਦੇ ਲੋਕਲ ਜਿਹੜੇ ਮਿਨਿਸਟਰ ਸੀਗੇ ਉਹਨਾਂ ਦਾ ਰੋਲ ਦੇਖਦੇ ਹਾਂ ਵੀ ਤਿਰੰਗਾ ਲੈ ਕੇ ਉਹਨਾਂ ਨੇ ਭਾਰਤ ਮਾਤਾ ਕੀ ਜੈ ਦੇ ਨਾਅਰੇ ਲਾਏ, ਉਹਨਾਂ ਲੋਕਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਜਿਨ੍ਹਾਂ ਨੇ ਇਸ ਸਾਰੇ ਜਿਹੜੇ ਘਟਨਾਕ੍ਰਮ ਨੂੰ ਅੰਜਾਮ ਦਿੱਤਾ। ਸੋ ਓਵਰਆਲ ਜਦੋਂ ਅਸੀਂ ਦੇਖਦੇ ਹਾਂ ਇਸ ਦੇ ਪਿੱਛੋਂ ਬਦਨਾਮੀ ਵੀ ਕਾਫੀ ਹੋਈ ਹੈ, ਪਰ ਜਿਹੜੀ ਇਹ ਮੈਂਟੈਲਿਟੀ ਹੈਗੀ ਹੈ, ਸੋਚ ਹੈਗੀ ਹੈ, ਖਾਸ ਤੌਰ 'ਤੇ ਜੇ ਹਿੰਦੂਤਵੀਆਂ ਦੀ ਗੱਲ ਕੀਤੀ ਜਾਵੇ, RSS ਦੀ, BJP ਦੀ ਗੱਲ ਕੀਤੀ ਜਾਵੇ, ਓਵਰਆਲ ਤੁਸੀਂ ਕਿਵੇਂ ਇਸ ਸਾਰੇ ਘਟਨਾਕ੍ਰਮ ਨੂੰ ਐਨਾਲਾਈਜ਼ ਕਰਦੇ ਹੋ? ਦੇਖੋ, ਇਹ ਜਿਹੜੀ ਘਟਨਾ ਵਾਪਰੀ ਆ ਖਾਸ ਕਰਕੇ ਕਠੂਆ ਦੇ ਵਿੱਚ, ਕਠੂਆ ਦੇ ਮੰਦਿਰ ਦੇ ਵਿੱਚ ਕਿ ਇੱਕ ਬਾਲੜੀ ਦੇ ਨਾਲ ਜਿਹੜੀ ਹਵਾਨੀਅਤ ਹੋਈ ਆ, ਉਹ ਘਟਨਾ ਆਮ ਬਲਾਤਕਾਰ ਦੀ ਘਟਨਾ ਨਾਲ ਅਸੀਂ ਉਹਨੂੰ ਕੰਪੇਅਰ ਨਹੀਂ ਕਰ ਸਕਦੇ। ਉਹ ਆਮ ਬਲਾਤਕਾਰ ਦੀ ਘਟਨਾ ਨਹੀਂ ਹੈ ਜੀ। ਬਿਨਾਂ ਸ਼ੱਕ ਇਹ ਅਸੀਂ ਗੱਲ ਕਰ ਰਹੇ ਹਾਂ ਕਿ ਦੇਸ਼ ਦੇ ਵਿੱਚ ਜਿਹੜਾ ਹਿੰਦੂਤਵੀ ਤਾਕਤਾਂ ਨੇ, ਚਾਹੇ ਉਹ ਨਾਗਪੁਰੀ ਤਾਕਤ ਵਾਲੀਆਂ ਨੇ ਤੇ ਚਾਹੇ ਉਹ ਭਾਜਪਾ ਵਾਲੀਆਂ ਨੇ ਤੇ ਚਾਹੇ ਉਹ ਇਹਨਾਂ ਦੀਆਂ ਹੋਰ ਸ਼ਾਖਾਵਾਂ ਨੇ ਜਿਹੜੀਆਂ, ਉਹ ਸਾਰੀਆਂ ਤਾਕਤਾਂ ਨੇ ਜਿਹੜੀਆਂ ਇਸ ਵੇਲੇ ਜਿਹੜੀ ਦੇਸ਼ ਦੀ ਪੂਰਨ ਰੂਪ ਦੇ ਵਿੱਚ ਸਥਿਤੀ ਆ ਕਿ 2019 ਆ ਜਿਹੜਾ ਉਹ ਸਿਰ ਤੇ ਖੜਾ, ਲੋਕ ਸਭਾ ਚੋਣਾਂ ਨੇ ਜਿਹੜੀਆਂ ਉਹ ਬਹੁਤ ਨੇੜੇ ਆ ਚੁੱਕੀਆਂ ਨੇ ਤੇ ਮੋਦੀ ਸਰਕਾਰ ਆ ਜਿਹੜੀ ਉਹ ਆਰਥਿਕ ਮੁਹਾਜ਼ ਤੇ ਇੰਨਾ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਆ ਕਿ ਮਤਲਬ ਉਸ ਦਾ ਸ਼ਾਇਦ ਉਹਨਾਂ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਅਸੀਂ ਇੰਨਾ ਬੁਰੀ ਤਰ੍ਹਾਂ ਆਰਥਿਕ ਮੁਹਾਜ਼ ਤੇ ਫੇਲ ਹੋ ਜਾਵਾਂਗੇ। ਲੈ ਦੇ ਕੇ ਉਹਨਾਂ ਕੋਲ ਫੇਰ ਤਾਂ ਇੱਕੋ ਹੀ ਹਿੰਦੂਤਵ ਦਾ ਏਜੰਡਾ ਹੈ ਜਿਹੜਾ ਕਿ ਅਸੀਂ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਵਾ, ਇਸ ਦੇਸ਼ ਦੇ ਵਿੱਚ ਦੂਸਰੇ ਧਰਮ ਨੇ ਜਿਹੜੇ ਉਹਨਾਂ ਲਈ ਕੋਈ ਥਾਂ ਨਹੀਂ ਹੈ। ਸੋ ਉਹ ਵੱਖੋ ਵੱਖਰੇ ਇਸ ਤਰ੍ਹਾਂ ਦੇ ਜਿਹੜੇ ਹਿੰਦੂਵਾਦ, ਹਿੰਦੂਤਵ ਨੂੰ ਉਭਾਰਨ ਦੇ ਲਈ ਜਿਹੜਾ ਹਿੰਦੂਤਵ ਆ ਉਹਨੂੰ ਦੇਸ਼ ਪ੍ਰੇਮ ਦੇ ਨਾਲ ਜੋੜਨ ਦੇ ਲਈ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ। ਸੋ ਇਹ ਜਿਹੜਾ ਬਾਲੜੀ ਦੇ ਨਾਲ ਹਵਾਨੀਅਤ ਹੋਈ ਆ ਉਹਨੂੰ ਵੀ ਉਸੇ ਹਿੰਦੂਤਵ ਦੇ ਨਾਲ ਜੋੜ ਦਿੱਤਾ ਗਿਆ ਕਿ ਇੱਕ ਮੁਸਲਮਾਨਾਂ ਦੀ, ਜੇ ਉਹ ਵਿਚਾਰੀ ਮੁਸਲਮਾਨਾਂ ਦੀ ਧੀ ਆ ਤੇ ਉਹਦੇ ਨਾਲ ਇਹ ਹਵਾਨੀਅਤ ਆ ਕਿ ਉਹ ਇਹਨਾਂ ਦਾ ਅਧਿਕਾਰ ਬਣ ਜਾਂਦਾ। ਤੋਂ ਪੁਰਾਣੀ 80 ਸਾਲ ਦੀ ਮੰਦਿਰ ਦੀ ਜਿਹੜੀ ਕਹਾਣੀ ਆ ਉਹਨੂੰ ਦੁਹਰਾਇਆ ਜਾ ਰਿਹਾ ਵਾ। ਜਿਵੇਂ ਤੁਸੀਂ ਗੱਲ ਕੀਤੀ ਆ ਕਿ ਜਿਹੜੀਆਂ ਹਿੰਦੂਤਵੀ ਤਾਕਤਾਂ ਨੇ ਉਹਨਾਂ ਨੇ ਮਤਲਬ ਇਸ ਗੱਲ ਨੂੰ ਵੀ ਉਸ ਗੱਲ ਨਾਲ ਜੋੜਤਾ ਕਿ ਇਹ ਦੇਸ਼ ਪ੍ਰੇਮ ਆ, ਇਹ ਜਿਹੜੇ ਦੇਸ਼ ਦੇ ਦੁਸ਼ਮਣ ਲੋਕ ਨੇ ਉਹਨਾਂ ਨੂੰ ਦੁਸ਼ਮਣਾਂ ਦੇ ਵਿੱਚ ਸ਼ਾਮਲ ਕਰਤਾ।
ਉਹਨਾਂ ਦੇ ਨਾਲ ਇਹ ਕੁਝ ਆ ਜਿਹੜਾ ਇਹ ਵਾਪਰਨਾ ਪੁਰਾਤਨ ਪਰੰਪਰਾ ਜਿਹੜੀ ਉਹ ਚੱਲੀ ਆ ਰਹੀ ਆ। ਸੋ ਇਸੇ ਕਾਰਨ ਅਸੀਂ ਦੇਖਦੇ ਹਾਂ ਕਿ ਉਹ ਬਾਲੜੀ ਦੇ ਨਾਲ ਜਿਹੜਾ ਜਿਨ੍ਹਾਂ ਲੋਕਾਂ ਨੇ ਇਹ ਜ਼ੁਲਮ ਕੀਤਾ, ਜ਼ਬਰ ਕੀਤਾ, ਉਹਨਾਂ ਦੇ ਹੱਕ ਦੇ ਵਿੱਚ ਕੌਣ ਨਿਤਰਿਆ? ਉੱਥੋਂ ਦੇ ਜਿਹੜੇ ਮੰਤਰੀ ਨੇ, ਭਾਜਪਾ ਦੇ ਮੰਤਰੀ ਨੇ, ਉਹ ਨਿਤਰੇ ਨੇ। ਉੱਥੋਂ ਦੀ ਜਿਹੜੀ ਹਿੰਦੂਤਵੀ ਭੀੜ ਆ, ਉਹ ਜਿਵੇਂ ਤੁਸੀਂ ਗੱਲ ਕੀਤੀ ਆ ਭਾਰਤ ਮਾਤਾ ਦੀ ਜੈ ਤੇ ਤਿਰੰਗਾ ਝੰਡਾ ਲੈ ਕੇ ਨਿਤਰੀ ਆ। ਉੱਥੋਂ ਦੇ ਜਿਹੜੇ ਵਕੀਲ ਨੇ ਉਹ ਹੱਕ 'ਚ ਨਿਤਰੇ ਨੇ। ਉੱਥੋਂ ਦਾ ਜਿਹੜਾ ਦੇਸ਼ ਦਾ ਜਿਹੜਾ ਹਿੰਦੂਤਵੀ ਮੀਡੀਆ ਉਹ ਉਹਨਾਂ ਦੇ ਹੱਕ 'ਚ, ਮਤਲਬ ਇੱਕ ਤਰ੍ਹਾਂ ਦਾ ਜਿਹੜਾ ਹਿੰਦੂਤਵੀਕਰਨ ਕੀਤਾ ਜਾ ਰਿਹਾ ਦੇਸ਼ 'ਚ, ਹਿੰਦੂਤਵੀ ਤਾਕਤਾਂ ਦਾ ਧਰੁਵੀਕਰਨ ਕੀਤਾ ਜਾ ਰਿਹਾ ਦੇਸ਼ ਦੇ ਵਿੱਚ, ਉਹਦੇ ਵਿੱਚ ਇੰਨੀ ਡੂੰਘੀ ਨਫ਼ਰਤ ਭਰੀ ਜਾ ਰਹੀ ਆ ਕਿ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਤਾਕਤ ਆ ਜਿਹੜੀ ਇਸ ਨਫ਼ਰਤ ਦੀ ਦੀਵਾਰ ਆ ਜਾਂ ਨਫ਼ਰਤ ਦੀ ਲਕੀਰ ਆ ਉਹਨੂੰ ਮੇਟ ਨਾ ਸਕੇ। ਦੂਸਰਾ ਸਭ ਤੋਂ ਵੱਡਾ ਕਾਰਨ ਜਿਹੜੀ ਮੈਂ ਗੱਲ ਕੀਤੀ ਆ ਕਿ ਹਿੰਦੂਤਵ ਦਾ ਏਜੰਡਾ, ਹਿੰਦੂ ਤਾਕਤਾਂ ਦਾ ਧਰੁਵੀਕਰਨ ਤੇ ਜਿਹੜੀਆਂ ਘੱਟ ਗਿਣਤੀ ਇਸ ਦੇਸ਼ ਦੀਆਂ ਘੱਟ ਗਿਣਤੀ ਤੇ ਦਲਿਤ ਭਾਈਚਾਰਾ ਜਿਹੜਾ ਉਹਨਾਂ ਦੇ ਵਿੱਚ ਖੌਫ ਪੈਦਾ ਕਰ ਦੇਣਾ, ਉਹਨਾਂ ਦੇ ਵਿੱਚ ਐਡਾ ਡਰ ਪੈਦਾ ਕਰ ਦੇਣਾ, ਉਹਨਾਂ 'ਚ ਇੰਨੀ ਦਹਿਸ਼ਤ ਪੈਦਾ ਕਰ ਦੇਣੀ ਕਿ ਉਹ ਲੋਕ ਨੇ ਜਿਹੜੇ ਇਹਨਾਂ ਹਿੰਦੂਤਵੀ ਤਾਕਤਾਂ ਦੇ ਵਿਰੋਧ ਦੇ ਵਿੱਚ, ਵਿਰੋਧ ਤਾਂ ਬਹੁਤ ਦੂਰ ਦੀ ਗੱਲ ਆ, ਇਹਨਾਂ ਦੇ ਸਾਹਮਣੇ ਆਉਣ ਤੋਂ ਵੀ ਮਤਲਬ ਡਰਨ ਲੱਗ ਜਾਣ। ਜੀ ਹੀਰਾ ਸਾਹਿਬ, ਜਿਵੇਂ ਤੁਸੀਂ ਓਵਰਆਲ ਇਸ ਦੇ ਬਾਰੇ 'ਚ ਆਪਣੇ ਜਿਹੜੇ ਵਿਚਾਰ ਨੇ ਉਹ ਸਾਂਝੇ ਕੀਤੇ ਨੇ, ਜਦੋਂ ਅਸੀਂ ਇਹ ਸੋਚ ਦੀ ਗੱਲ ਕਰਦੇ ਹਾਂ ਤਾਂ ਜਿਹਦੇ ਪਿਛੋਕੜ ਦੇ ਵਿੱਚ ਜਾ ਕੇ ਦੇਖਣਾ ਹੋਵੇ, ਜਿੱਥੋਂ RSS ਦੀ ਸ਼ੁਰੂਆਤ ਹੁੰਦੀ ਹੈ, ਜਿਹੜੇ ਇਹਨਾਂ ਦੇ ਵੱਡੇ ਲੀਡਰ ਹੋਏ ਨੇ ਸਾਵਰਕਰ, ਜਦੋਂ ਅਸੀਂ ਉਹਨਾਂ ਦੀਆਂ ਲਿਖਤਾਂ ਜਾਂ ਉਹਨਾਂ ਦੀ ਜ਼ਿੰਦਗੀ ਦੇ ਵੱਲ ਦੇਖਦੇ ਹਾਂ ਤਾਂ ਉਹਨਾਂ ਵੱਲੋਂ ਵੀ ਇੱਕ ਥਾਂ ਦੇ ਉੱਪਰ ਇਸ ਸਾਰੇ ਘਟਨਾਕ੍ਰਮ ਨੂੰ ਜਾਂ ਇੱਕ ਪੋਲੀਟੀਕਲ ਟੂਲ ਦੇ ਤੌਰ ਤੇ ਵਰਤਣ ਦੀ ਗੱਲ ਕੀਤੀ ਗਈ ਸੀ ਤੇ ਨਾਲ ਹੀ ਨਾਲ ਇਹਨੂੰ ਜਸਟੀਫਾਈ ਕੀਤਾ ਗਿਆ ਸੀ ਕਿ ਜਿਹੜਾ ਜੋ ਤੁਹਾਡਾ ਦੁਸ਼ਮਣ ਹੈਗਾ, ਜੇ ਉਹਦੇ ਨਾਲ ਤੁਸੀਂ ਇਦਾਂ ਦਾ ਵਰਤਾਰਾ ਕਰਦੇ ਹੋ ਤਾਂ ਉਹਨੂੰ ਅਸੀਂ ਜਸਟੀਫਾਈ ਕਰਦੇ ਹਾਂ, ਉਹਨੂੰ ਜਾਇਜ਼ ਠਹਿਰਾਇਆ ਗਿਆ ਸੀ, ਇੱਕ ਪੋਲੀਟੀਕਲ ਟੂਲ ਦੇ ਤੌਰ ਤੇ ਵਰਤਣ ਦੀ ਗੱਲ ਕੀਤੀ ਗਈ ਸੀ। ਸੋ ਕਿਤੇ ਨਾ ਕਿਤੇ ਇਹ ਗੱਲ ਸਾਡੀ ਸਮਝ ਦੇ ਵਿੱਚ ਆਉਂਦੀ ਹੈ ਵੀ ਜਿਹੜੀ ਹਿੰਦੂਤਵੀ ਵਿਚਾਰਧਾਰਾ ਹੈਗੀ ਹੈ ਉਹ ਕਿੱਥੋਂ ਇਹ ਜਿਹੜੀ ਹੈਗੀ ਹੈ ਆਪਣੀ ਆਈਡੀਓਲੋਜੀ ਦੇ ਵਿੱਚ ਉਹਨਾਂ ਦੇ ਗੱਲ ਇਹ ਆਉਂਦੀ ਹੈ। ਪਰ ਓਵਰਆਲ ਜਦੋਂ ਤੁਸੀਂ ਦੇਖਦੇ ਹੋ ਤਾਂ ਕੀ ਸਮਝਦੇ ਹੋ ਕਿ ਅੱਜ ਜਿਹੜਾ ਇਹ ਰੁਝਾਨ ਬਣਿਆ ਹੋਇਆ ਹੈ ਜਾਂ ਉਸ ਆਈਡੀਓਲੋਜੀ ਦੇ ਕੋਲ ਪੋਲੀਟੀਕਲ ਪਾਵਰ ਹੋਣੀ ਭਾਰਤ ਦੀ, ਤਾਂ ਕੀ ਮਾਇਨੇ ਰੱਖਦੀ ਹੈ ਇਹ ਓਵਰਆਲ ਘੱਟ ਗਿਣਤੀਆਂ ਦੇ ਲਈ ਤੇ ਖਾਸ ਤੌਰ ਤੇ ਜਦੋਂ ਅਸੀਂ ਅੱਜ ਵੂਮਨ ਇੰਪਾਵਰਮੈਂਟ ਦੀ ਜਾਂ ਵੂਮਨ ਪ੍ਰੋਟੈਕਸ਼ਨ ਦੀ ਗੱਲ ਕਰਦੇ ਹਾਂ ਉਸ ਹਵਾਲੇ ਦੇ ਨਾਲ? ਦੇਖੋ, ਬਿਲਕੁਲ ਜਿਵੇਂ ਤੁਸੀਂ ਗੱਲ ਕੀਤੀ ਹੈ, ਬਕਾਇਦਾ ਜਿਹੜਾ ਇਹਨਾਂ ਦਾ RSS ਦਾ ਏਜੰਡਾ ਵਾ, ਜਿਹੜਾ 37 ਨੁਕਾਤੀ ਪ੍ਰੋਗਰਾਮ, ਉਹਦੇ 'ਚ ਬਕਾਇਦਾ ਇਹਨਾਂ ਦਾ ਦਰਜ ਕੀਤਾ ਹੋਇਆ ਕਿ ਜਿਹੜੀਆਂ ਮਤਲਬ ਦਲਿਤ ਔਰਤਾਂ, ਦਲਿਤ ਬੱਚੀਆਂ ਨੇ ਜਾਂ ਮੁਸਲਮਾਨ ਔਰਤਾਂ, ਮੁਸਲਮਾਨ ਬੱਚੀਆਂ ਨੇ, ਉਹਨਾਂ ਨਾਲ ਇਸ ਤਰ੍ਹਾਂ ਦਾ ਵਰਤਾਓ ਆ ਜਿਹੜਾ ਉਹ ਕੀਤਾ ਜਾਣਾ ਚਾਹੀਦਾ। ਤੋ ਉਹ ਜਿਵੇਂ ਉਸ ਏਜੰਡੇ ਦੀ ਇਹ ਅੱਜ ਪੂਰਤੀ ਆ ਜਿਹੜੀ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਅੱਜ ਉਹ ਏਜੰਡਾ ਇਹਨਾਂ ਦੇ ਸਾਹਮਣੇ ਆ ਕਿ ਇਸ ਦੇਸ਼ ਦਾ ਜਿਹੜਾ ਹਿੰਦੂਤਵ ਦਾ ਅਕਸ ਆ ਉਹਨੂੰ ਉਭਾਰਨ ਦੇ ਲਈ ਇਹਨਾਂ ਨੂੰ ਮਤਲਬ ਇਹ ਗੱਲ ਸਮਝ ਦੇ ਵਿੱਚ ਆਈ ਹੋਈ ਆ ਕਿ 2019 ਆ ਜਿਹੜਾ ਉਹ ਉਦੋਂ ਤੱਕ ਅਸੀਂ ਜਿੱਤ ਪ੍ਰਾਪਤ ਨਹੀਂ ਕਰ ਸਕਦੇ ਜਦੋਂ ਤੱਕ ਦੇਸ਼ ਦੇ ਵਿੱਚ ਇਹ ਜਿਹੜਾ ਧਰੁਵੀਕਰਨ ਆ ਇਹ ਪੱਕੇ ਰੂਪ ਦੇ ਵਿੱਚ ਨਹੀਂ ਹੋ ਜਾਂਦਾ। ਇਹ ਜਿਹੜੀ ਨਫ਼ਰਤ ਦੀ ਦੀਵਾਰ ਆ, ਦੂਜਾ ਪਾਸੇ ਜਿਹੜੀ ਮੈਂ ਗੱਲ ਕੀਤੀ ਆ ਕਿ ਡਰ ਤੇ ਦਹਿਸ਼ਤ ਵਾਲੀ ਗੱਲ ਆ, ਇਹ ਦੋਨਾਂ ਨੂੰ ਮਿਲਾ ਕੇ ਜਿਹੜੀ ਰਣਨੀਤੀ ਆ ਉਹ ਘੜੀ ਗਈ ਆ। ਹੁਣ ਇਹਦੇ ਵਿੱਚ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਨਾ ਤਾਂ ਔਰਤਾਂ ਦੀ ਸੁਰੱਖਿਆ ਦੀ ਕਿਸੇ ਨੂੰ ਚਿੰਤਾ ਤੇ ਨਾ ਘੱਟ ਗਿਣਤੀਆਂ ਦੀ ਸੁਰੱਖਿਆ ਦੀ ਕਿਸੇ ਨੂੰ ਚਿੰਤਾ, ਉਹਨਾਂ ਦੀ ਤਾਂ ਇਹ ਏਜੰਡੇ ਦੇ ਵਿੱਚ ਆ ਕਿ ਇਹ ਜਿਹੜੇ ਲੋਕ ਨੇ ਘੱਟ ਗਿਣਤੀਆਂ ਨੇ ਜਿਹੜੀਆਂ, ਇਹਨਾਂ ਦੇ ਵਿੱਚ ਖੌਫ ਕਿਵੇਂ ਪੈਦਾ ਕਰਨਾ ਵਾ, ਇਹ ਇੱਕੋ ਇੱਕ ਏਜੰਡਾ ਜਿਹੜਾ ਇਸ ਸਮੇਂ ਉਹਦੇ ਤੇ ਇਹ ਕੰਮ ਕਰ ਰਹੇ ਨੇ। ਜੀ ਹੀਰਾ ਸਾਹਿਬ, ਜਿਵੇਂ ਅਸੀਂ ਗੱਲ ਕਰਦੇ ਹਾਂ ਇਹਨੂੰ ਪੋਲੀਟਿਕਸ ਦੇ ਨਾਲ ਜੋੜ ਕੇ ਕਿ ਆਪਣੇ ਜਿਹੜੇ ਪੋਲੀਟੀਕਲ ਸਿਆਸੀ ਮਫਾਦ ਹੈਗੇ ਆ ਉਹਨਾਂ ਦੀ ਪੂਰਤੀ ਦੇ ਲਈ ਇਹ ਸਾਰੇ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਓਵਰਆਲ ਜਿਹੜੀ ਪੋਲਰਾਈਜੇਸ਼ਨ ਹੈਗੀ ਹੈ, ਧਰੁਵੀਕਰਨ ਦਾ ਜਿਹੜਾ ਏਜੰਡਾ ਹੈਗਾ ਉਹਨੂੰ ਲਾਗੂ ਕੀਤਾ ਜਾ ਰਿਹਾ ਹੈ। ਪਰ ਜੇ ਅਸੀਂ ਸਮਾਜਿਕ ਤੌਰ ਤੇ ਦੇਖਣਾ ਹੋਵੇ ਤਾਂ ਤੁਸੀਂ ਕੀ ਸਮਝਦੇ ਹੋ ਕਿ ਇਹਦਾ ਜਿਹੜਾ ਫਾਇਦਾ ਹੈਗਾ ਉਹ ਸਿਰਫ ਤੇ ਸਿਰਫ ਇਹਦੇ ਪਿੱਛੇ ਕਾਰਨ ਪੋਲੀਟੀਕਲ ਗੇਨਸ ਲੈਣਾ ਹੀ ਹੈ, ਆਪਣੇ ਸਿਆਸੀ ਮਫਾਦਾਂ ਦੀ ਪੂਰਤੀ ਹੀ ਹੈ, ਜਾਂ ਓਵਰਆਲ ਇਹਦੇ ਪਿੱਛੇ ਕੁਝ ਹੋਰ ਵੀ ਕਾਰਨ ਨੇ? ਦੇਖੋ, ਸਭ ਤੋਂ ਪਹਿਲਾ ਕਾਰਨ ਤਾਂ ਇਹੀ ਹੈ ਕਿ ਜਿਹੜੀ ਇਹਨਾਂ ਨੂੰ ਮਤਲਬ 2019 ਇਹਨਾਂ ਦਾ ਇਸ ਵੇਲੇ ਮਿਸ਼ਨ ਆ ਕਿ 2019 ਚ ਇੱਕ ਵਾਰ ਸਾਡੇ ਹੱਥ 'ਚ ਜਿਹੜੀ ਮਤਲਬ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦੇਖਾਂਗੇ ਕਿ ਦੇਸ਼ ਦੇ ਵਿੱਚ ਜਿਹੜਾ ਇਸ ਵੇਲੇ ਮਾਹੌਲ ਆ ਜਿਹਦੇ ਵਿੱਚ ਡਰ ਵੀ ਆ, ਜਿਹਦੇ ਵਿੱਚ ਦਹਿਸ਼ਤ ਵੀ ਆ, ਜਿਹਦੇ ਵਿੱਚ ਚਿੰਤਾ ਵੀ ਆ, ਇਹ ਮਾਹੌਲ ਆ ਜਿਹੜਾ ਆਉਣ ਵਾਲੇ ਦਿਨਾਂ 'ਚ 2018 ਦੇ ਜਿਹੜੇ ਆਖਰੀ ਮਹੀਨੇ ਹੋਣੇ ਨੇ
ਮਤਲਬ ਸਾਫ਼ ਦਿਖਾਈ ਦੇ ਰਿਹਾ ਕਿ ਇਸ ਦੇਸ਼ ਦੇ ਵਿੱਚ ਜਿਹੜੇ ਫਿਰਕੂ ਦੰਗੇ ਨੇ ਉਹ ਉਹਨਾਂ ਦੇ ਭਾਂਬੜ ਇੰਨੇ ਜ਼ੋਰਦਾਰ ਵੱਲਣੇ ਨੇ ਕਿ ਇਹ ਜਿਹੜਾ ਡਰ ਤੇ ਖੌਫ ਦਾ ਮਾਹੌਲ ਆ ਇਹਨੂੰ ਹੋਰ ਵਧਾਇਆ ਜਾਊਗਾ ਜੀ। ਇਸੇ ਹੀ ਸਮੇਂ ਤੇ ਮਤਲਬ ਇਹਨਾਂ ਦਾ ਜਿਹੜਾ ਮੁੱਖ ਰੂਪ ਦੇ ਵਿੱਚ ਏਜੰਡਾ ਪਹਿਲਾ ਰਾਸ਼ਟਰੀ ਤਾਕਤ ਆ, ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਏਜੰਡਾ ਜਿਹੜਾ ਉਹ ਵੀ ਕਿਹਾ ਹੋਇਆ ਕਿ ਅਸੀਂ 2022 ਦੇ ਵਿੱਚ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾ ਦੇਣਾ ਵਾ। ਮਤਲਬ ਹਿੰਦੂ ਤਵੀ ਤਾਕਤਾਂ ਨੇ ਜਿਹੜੀਆਂ ਉਹ ਆਪਣਾ ਜਿਹੜਾ ਇਹਨਾਂ ਦਾ ਬਹੁਗਿਣਤੀ ਹਿੰਦੂਤਵ ਆ ਉਹਨੂੰ ਇਹ ਸੁਨੇਹਾ ਦੇਣ ਵਾਲੇ ਪਾਸੇ ਤੁਰੀਆਂ ਹੋਈਆਂ ਨੇ ਕਿ 2014 ਚ ਤੁਸੀਂ ਸਾਨੂੰ ਬਹੁਮਤ ਤਾਂ ਦਿੱਤੀ ਸੀ ਪਰੰਤੂ 2/3 ਬਹੁਮਤ ਨਹੀਂ ਦਿੱਤੀ ਸੀ ਤੇ ਇਸ ਕਾਰਨ ਅਸੀਂ ਜਿਹੜਾ ਦੇਸ਼ ਨੂੰ ਹਿੰਦੂ ਰਾਸ਼ਟਰ ਨਹੀਂ ਐਲਾਨ ਸਕੇ। ਹੁਣ ਸਾਨੂੰ 2/3 ਬਹੁਮਤ ਚਾਹੀਦੀ ਆ, ਉਸ 2/3 ਬਹੁਮਤ ਦੇ ਸਹਾਰੇ ਅਸੀਂ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਐਲਾਨ ਦਾਂਗੇ। ਹੁਣ ਦੇਖੋ ਇਹ ਕੋਈ ਮਤਲਬ ਮੌਕਾ ਨਹੀਂ ਅਸੀਂ ਇਹਨੂੰ ਸਮਝ ਸਕਦੇ ਕਿ ਅੱਜ ਦੇਸ਼ ਦੇ ਵਿੱਚ ਜਿਹੜਾ ਹਿੰਦੂਤਵ ਅੱਤਵਾਦ ਆ ਉਹਨੂੰ ਦੁਆਰਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਉਹਨਾਂ ਦਿਨਾਂ ਦੇ ਵਿੱਚ ਹੀ ਜਿਹੜਾ ਹਿੰਦੂਤਵ ਅੱਤਵਾਦ ਦੇ ਚਿਹਰੇ ਮੋਹਰੇ ਬਣ ਕੇ ਉੱਭਰੇ ਸੀਗੇ, ਸੀਮਾਨੰਦ ਸੀ, ਚਾਹੇ ਉਹ ਮਾਧਵੀ ਪ੍ਰਗਿਆ ਸੀ ਤੇ ਚਾਹੇ ਉਹ ਕਰਨਲ ਫਿਰੋਜ਼ ਸੀ, ਉਹਨਾਂ ਨੂੰ ਉਹ ਬੰਬ ਬਲਾਸਟ ਦੇ ਜਿਹੜੇ ਮੁਕੱਦਮੇ ਉਹਨਾਂ ਚੋਂ ਬਰੀ ਕੀਤਾ ਜਾ ਰਿਹਾ, ਉਹਨਾਂ ਨੂੰ ਜੇਲ੍ਹਾਂ ਤੋਂ ਬਾਹਰ ਲਿਆਂਦਾ ਜਾ ਰਿਹਾ, ਜਿਹੜੇ ਭਗਮਾ ਅੱਤਵਾਦ ਦੇ ਚਿਹਰੇ ਮੋਹਰੇ ਸੀ ਉਹਨਾਂ ਨੂੰ ਬਾਹਰ ਲਿਆਂਦਾ ਜਾ ਰਿਹਾ। ਮਤਲਬ ਉਸ ਭਗਮਾ ਅੱਤਵਾਦ ਦੇ ਪ੍ਰਭਾਵ ਨੂੰ ਵਧਾਉਣ ਲਈ, ਉਸ ਡਰ ਤੇ ਖੌਫ ਨੂੰ ਵਧਾਉਣ ਦੇ ਲਈ ਪੂਰੀ ਯੋਜਨਾਬੱਧ ਢੰਗ ਤਰੀਕੇ ਦੇ ਨਾਲ ਇਹ ਤਾਕਤਾਂ ਨੇ ਜਿਹੜੀਆਂ ਅੱਗੇ ਵਧ ਰਹੀਆਂ ਨੇ। ਜੀ ਹੀਰਾ ਸਾਹਿਬ, ਜਿੱਥੇ ਅਸੀਂ ਸਮਾਜਿਕ ਤਾਣੇ ਬਾਣੇ ਦੀ ਗੱਲ ਕਰਦੇ ਹਾਂ, ਭਾਵੇਂ ਉਹ ਦਲਿਤਾਂ ਦੇ ਖਿਲਾਫ ਵਾਇਲੈਂਸ ਦੀ ਗੱਲ ਹੋਵੇ, ਘੱਟ ਗਿਣਤੀਆਂ ਦੇ ਖਿਲਾਫ ਵਾਇਲੈਂਸ ਦੀ ਗੱਲ ਹੋਵੇ ਜਾਂ ਔਰਤਾਂ ਦੀ ਅਸੀਂ ਅੱਜ ਗੱਲ ਕਰ ਰਹੇ ਹਾਂ, ਉਹਨਾਂ ਦੇ ਹੱਕਾਂ ਦੀ, ਉਹਨਾਂ ਦੀ ਸੁਰੱਖਿਆ ਦੀ ਜਿਹੜੀ ਸਥਿਤੀ ਇਸ ਵਕਤ ਭਾਰਤ ਦੇ ਵਿੱਚ ਬਣੀ ਹੋਈ ਹੈ, ਜਦੋਂ ਇਹ ਸਾਰੇ ਇਸ਼ੂਜ਼ ਸਾਡੇ ਸਾਹਮਣੇ ਨੇ, ਪਿਛਲੇ ਜੇ ਅਸੀਂ 2014 ਤੋਂ ਲੈ ਕੇ ਹੁਣ ਤੱਕ ਦਾ ਸਮਾਂ ਦੇਖੀਏ, ਜਦੋਂ ਤੋਂ ਮੋਦੀ ਸਰਕਾਰ ਹੋਣ ਦੇ ਵਿੱਚ ਆਈ ਹੈ, ਤਾਂ ਜਿਹੜੀ ਸਥਿਤੀ ਹੈ ਇਹਨਾਂ ਸਾਰੇ ਇਸ਼ੂਜ਼ ਦੇ ਉੱਪਰ ਉਹ ਲਗਾਤਾਰਤਾ ਦੇ ਨਾਲ ਬਦ ਤੋਂ ਬਦਤਰ ਹੁੰਦੀ ਜਿਹੜੀ ਹੈ ਉਹ ਦਿਖਾਈ ਦੇ ਰਹੀ ਹੈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਤੁਹਾਨੂੰ ਲੱਗਦਾ ਹੈ ਵੀ ਜਿਹੜੀ ਭਾਜਪਾ ਹੈਗੀ ਹੈ ਜਾਂ RSS ਹੈਗੀ ਉਹ ਆਪਣੇ 2019 ਦਾ ਜਿਹੜਾ ਚੋਣਾਂ ਦਾ ਉਹਨਾਂ ਨੇ ਆਪਣਾ ਏਜੰਡਾ ਮਾਰਕ ਕੀਤਾ ਹੋਇਆ ਉਹਦੀ ਪੂਰਤੀ ਦੇ ਲਈ ਉਹ ਸਫਲ ਹੋ ਸਕਣਗੇ? ਦੇਖੋ ਆ ਜਿਹੜੀ ਕਠੂਆ ਦੀ ਘਟਨਾ ਵਾਪਰੀ ਆ ਤੇ ਦੂਸਰੇ ਪਾਸੇ ਜਿਹੜੀ ਮੈਂ ਗੱਲ ਕੀਤੀ ਆ ਕਿ ਜਿਹੜੇ ਭਗਮਾ ਅੱਤਵਾਦ ਦੇ ਚਿਹਰੇ ਮੁਰੇ ਨੇ ਉਹਨਾਂ ਨੂੰ ਜੇਲ੍ਹਾਂ ਚੋਂ ਬਾਹਰ ਲਿਆਂਦਾ ਜਾ ਰਿਹਾ ਜੀ, ਇਹ ਬਿਲਕੁਲ ਸਾਫ਼ ਤੇ ਸਪਸ਼ਟ ਆ ਜਿਵੇਂ ਆਪਾਂ ਗੱਲ ਕਰ ਰਹੇ ਆ ਕਿ ਇੱਕ ਗੱਲ ਆ ਜਿਹੜੀ ਉਹ ਇਹਨਾਂ ਨੇ ਸਮਝ ਲਈ ਹੋਈ ਆ ਕਿ ਘੱਟ ਗਿਣਤੀ ਤੇ ਦਲਿਤ ਭਾਈਚਾਰਾ ਜਿਹੜਾ ਉਹ ਭਾਜਪਾ ਦੇ ਖੇਮੇ ਦੇ ਵਿੱਚ ਕਿਸੇ ਵੀ ਕੀਮਤ 'ਚ ਨਹੀਂ ਆ ਸਕਦਾ। ਉਹ ਭਾਜਪਾ ਤੋਂ ਇੱਕ ਵੱਡੀ ਦੂਰੀ ਤੇ ਜਾ ਕੇ ਖੜਾ ਹੋ ਗਿਆ। ਉਹ ਕਿਸੇ ਵੀ ਮਤਲਬ ਕੀਮਤ ਤੇ ਭਾਜਪਾ ਆਪਣਾ ਚਿਹਰੇ ਮੋਹਰੇ ਤੇ ਜਿੰਨੇ ਮਰਜ਼ੀ ਨਕਾਬ ਪਾ ਲਵੇ, ਉਹ ਮਤਲਬ ਨਾ ਦਲਿਤ ਭਾਈਚਾਰੇ ਨੂੰ ਤੇ ਨਾ ਘੱਟ ਗਿਣਤੀ ਆ ਜਿਹੜੀ, ਚਾਹੇ ਮੁਸਲਮਾਨ ਭਾਈਚਾਰਾ ਤੇ ਚਾਹੇ ਸਿੱਖ ਭਾਈਚਾਰਾ, ਉਹਨੂੰ ਆਪਣੇ ਨਾਲ ਆ ਜਿਹੜਾ ਉਹ ਨਹੀਂ ਖੜਾ ਕਰ ਸਕਦੀ। ਸੋ ਇਸ ਕਾਰਨ ਅੱਜ ਜਿਹੜਾ ਏਜੰਡਾ ਵਾ, ਜਿਹੜੀ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਏਜੰਡਾ ਜਿਹੜਾ ਉਹ ਭਾਜਪਾ ਦਾ, ਚਾਹੇ ਉਹ ਅਸੀਂ ਭਗਮਾ ਬ੍ਰਿਗੇਡ ਦਾ ਕਹਿ ਲਈਏ, ਉਹਨਾਂ ਦਾ ਇੱਕੋ ਇੱਕ ਏਜੰਡਾ ਕਿ ਇਹ ਜਿਹੜੀਆਂ ਘੱਟ ਗਿਣਤੀਆਂ ਤੇ ਦਲਿਤ ਭਾਈਚਾਰਾ ਇਹਦੇ ਵਿੱਚ ਖੌਫ ਹੀ ਇੰਨਾ ਪੈਦਾ ਕਰ ਦਿੱਤਾ ਜਾਵੇ, ਡਰ ਹੀ ਇੰਨਾ ਪੈਦਾ ਕਰ ਦਿੱਤਾ ਜਾਵੇ ਤਾਂ ਕਿ 2019 ਵੇਲੇ ਜਦੋਂ ਵੋਟਾਂ ਪੈਣੀਆਂ ਤੇ ਇਹਨਾਂ 'ਚ ਜ਼ਰੂਰਤ ਹੀ ਨਾ ਰਹੇ ਕਿ ਪੋਲਿੰਗ ਬੂਥਾਂ ਤੱਕ ਆ ਜਾਣ। ਜੀ ਹੁਣ ਜਿਹੜਾ ਮਤਲਬ ਨਿਸ਼ਾਨਾ ਮੈਨੂੰ ਦਿਖਾਈ ਦੇ ਰਿਹਾ ਵਾ ਕਿ ਇਹਨਾਂ ਤਾਕਤਾਂ ਦਾ ਜਿਹੜਾ ਨਿਸ਼ਾਨਾ ਉਹ ਇਹੀ ਨਿਸ਼ਾਨਾ ਇੱਕੋ ਇੱਕ ਕਿ ਇਹਨਾਂ ਘੱਟ ਗਿਣਤੀਆਂ ਤੇ ਦਲਿਤ ਭਾਈਚਾਰੇ ਦੇ ਵਿੱਚ ਖੌਫ ਹੀ ਇੰਨਾ ਪੈਦਾ ਕਰ ਦੋ ਕਿ ਉਹਨਾਂ 'ਚ ਜ਼ਰੂਰਤ ਹੀ ਨਾ ਹੋਵੇ ਕਿ ਉਹ ਪੋਲਿੰਗ ਬੂਥ ਤੇ ਜਾ ਕੇ ਆਪਣੀ ਵੋਟ ਪਾ ਸਕਣ। ਜੀ ਹੀਰਾ ਸਾਹਿਬ, ਜੇ ਇਹ ਸਾਰੇ ਨੂੰ ਇੱਕ ਇੰਟਰਨੈਸ਼ਨਲ ਪਰਸਪੈਕਟਿਵ ਤੋਂ ਦੇਖਣਾ ਹੋਵੇ ਤਾਂ ਇੰਟਰਨੈਸ਼ਨਲੀ ਜਦੋਂ ਅਸੀਂ ਮੀਡੀਆ ਨੂੰ ਦੇਖਦੇ ਹਾਂ, ਉਹ ਨਿਊਯਾਰਕ ਟਾਈਮਜ਼ ਹੋਵੇ ਜਾਂ ਹੋਰ ਜਿਹੜੀਆਂ ਇੰਟਰਨੈਸ਼ਨਲ ਅਖਬਾਰਾਂ ਹੈਗੀਆਂ ਨੇ, ਮੀਡੀਆ ਹਾਊਸਿਸ ਨੇ, ਉਹਨਾਂ ਦੇ ਵਿੱਚ ਇਹਨਾਂ ਇਸ਼ੂਜ਼ ਨੂੰ ਬਕਾਇਦਾ ਜਿਹੜਾ ਹੈਗਾ ਥਾਂ ਮਿਲੀ ਹੈ ਤੇ ਨਾਲ ਹੀ ਨਾਲ ਮੋਦੀ ਸਰਕਾਰ ਹੋਵੇ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਪਰ ਬੜਾ ਵੱਡਾ ਜਿਹੜਾ ਹੈਗਾ ਸਵਾਲੀਆ ਨਿਸ਼ਾਨ ਲਾਇਆ ਗਿਆ। ਸੋ ਤੁਹਾਨੂੰ ਲੱਗਦਾ ਹੈ ਵੀ ਇੰਟਰਨੈਸ਼ਨਲੀ ਇਹਦਾ ਭਾਰਤ ਦੇ ਜਿਹੜੇ ਸਿਆਸੀ ਹਿੱਤ ਹੈਗੇ ਆ ਜਾਂ ਉਹਨਾਂ ਦੀ ਜਿਹੜੀ ਗਲੋਬਲ ਪਾਵਰ ਬਣਨ ਦੀ ਇੱਕ ਡੀਂਗਾਂ ਮਾਰੀਆਂ ਜਾ ਰਹੀਆਂ ਨੇ, ਉਹਨਾਂ ਦੇ ਉੱਪਰ ਵੀ ਕੋਈ ਮਾੜਾ ਅਸਰ ਪੈ ਸਕਦਾ ਹੈ? ਦੇਖੋ ਹੁਣ ਵਿਸ਼ਵ ਦਾ ਜਿਹੜਾ ਟੋਟਲ ਓਵਰਆਲ ਜੇ ਅਸੀਂ ਮਤਲਬ ਵਿਸ਼ਵ ਦੀ ਸਥਿਤੀ ਵੱਲ ਦੇਖਦੇ ਹਾਂ, ਚਾਹੇ ਉਹ ਅਮਰੀਕਾ ਦੀ ਦੇਖ ਲਓ ਤੇ ਚਾਹੇ ਰੂਸ ਦੀ ਦੇਖ ਲਓ ਤੇ ਚਾਹੇ ਜਾਪਾਨ ਦੀ ਦੇਖ ਲਓ ਚਾਹੇ ਆਪਣੇ ਚੀਨ ਦੀ ਦੇਖ ਲਓ, ਜਿਹੜੀਆਂ ਮਤਲਬ ਮਹਾਸ਼ਕਤੀਆਂ ਨੇ ਉਹ ਆਪ ਖੁਦ ਇਸ ਤਰ੍ਹਾਂ ਦੇ ਕਟਹਿਰੇ ਦੇ ਵਿੱਚ ਆ ਕੇ ਖੜੀਆਂ ਹੋ ਗਈਆਂ ਕਿ ਮਤਲਬ ਜਿਹੜਾ ਜੋ ਕੁਝ ਹਿੰਦੁਸਤਾਨ ਦੇ ਵਿੱਚ ਵਾਪਰ ਰਿਹਾ ਉਸ ਪੱਧਰ ਤੇ ਵਿਰੋਧ ਆ ਜਿਹੜਾ ਉਹ ਮਹਾਸ਼ਕਤੀਆਂ ਦੇ ਵਿੱਚ ਨਹੀਂ ਹੋ ਰਿਹਾ, ਵਿਸ਼ਵ ਦੇ ਵਿੱਚ ਉਸ ਪੱਧਰ ਤੇ ਨਹੀਂ ਹੋ ਰਿਹਾ ਜਿਸ ਪੱਧਰ ਤੇ ਹੋਣਾ ਚਾਹੀਦਾ ਸੀ।
ਸੋ ਇਸ ਸਥਿਤੀ ਦਾ ਫਾਇਦਾ ਜਿਹੜਾ ਉਹ ਮਤਲਬ ਇਹ ਜਿਹੜੀਆਂ ਇਸ ਦੇਸ਼ ਦੀਆਂ ਹਿੰਦੂਤਵੀ ਤਾਕਤਾਂ ਨੇ ਉਹਦਾ ਇਹ ਪੂਰਨ ਰੂਪ ਦੇ ਵਿੱਚ ਫਾਇਦਾ ਲੈ ਰਹੀਆਂ ਨੇ। ਤੇ ਜਿਹੜੀ ਮੈਂ ਗੱਲ ਕੀਤੀ ਆ ਕਿ ਆਮ ਹਾਲਾਤਾਂ ਦੇ ਵਿੱਚ ਸ਼ਾਇਦ ਇਹ ਗੱਲ ਨਾ ਹੁੰਦੀ ਕਿ ਦੇਸ਼ ਦੀਆਂ ਘੱਟ ਗਿਣਤੀਆਂ ਤੇ ਦਲਿਤ ਭਾਈਚਾਰੇ ਦੇ ਵਿੱਚ ਖੌਫ ਤੇ ਡਰ ਦਾ ਮਾਹੌਲ ਪੈਦਾ ਕਰਨ ਲਈ ਉਹਨਾਂ ਤੇ ਐਡਾ ਵੱਡਾ ਜ਼ੋਰ ਜਬਲਾ ਜਿਹੜਾ ਉਹ ਕੀਤਾ ਜਾਂਦਾ। ਜਦੋਂ ਵਿਸ਼ਵ ਦੀ ਸਥਿਤੀ ਦੇ ਅਨੁਸਾਰ ਆ ਜਿਹੜਾ ਅੱਜ ਉਸ ਪਾਸੇ ਜਿਹੜਾ ਕਿਉਂਕਿ ਵਿਸ਼ਵ ਦਾ ਪੂਰਨ ਰੂਪ ਦੇ ਵਿੱਚ ਧਿਆਨ ਨਹੀਂ, ਉਹਦਾ ਇਹ ਲਾਹਾ ਜਿਹੜਾ ਉਹ ਲਿਆ ਜਾ ਰਿਹਾ। ਜੀ ਹੀਰਾ ਸਾਹਿਬ, ਜਿਹੜੀ ਇਸ ਸਾਰੇ ਘਟਨਾਕ੍ਰਮ ਨੂੰ ਲੈ ਕੇ ਨਰਿੰਦਰ ਮੋਦੀ ਦੀ ਜਿਹੜੀ ਚੁੱਪੀ ਹੈਗੀ ਹੈ ਉਹਦੇ ਤੇ ਵੀ ਕਾਫੀ ਸਵਾਲ ਉੱਠ ਰਹੇ ਨੇ। ਤੁਸੀਂ ਕਿਵੇਂ ਦੇਖਦੇ ਹੋ ਕਿ ਨਰਿੰਦਰ ਮੋਦੀ ਦਾ ਇਸ ਸਾਰੇ ਇਸ਼ੂ ਦੇ ਉੱਪਰ ਓਵਰਆਲ ਚੁੱਪ ਰਹਿਣਾ, ਤੇ ਖਾਸ ਤੌਰ ਤੇ ਜਿਵੇਂ ਅਸੀਂ ਇੰਟਰਨੈਸ਼ਨਲੀ ਗੱਲ ਕਰ ਰਹੇ ਹਾਂ, ਕੀ ਭਾਰਤ ਦੀ ਜਿਹੜੀ ਸਰਕਾਰ ਹੈਗੀ ਹੈ ਮੋਦੀ ਸਰਕਾਰ ਨੂੰ ਇਹ ਨਜ਼ਰ ਨਹੀਂ ਆਉਂਦਾ ਵੀ ਇਸ ਦਾ ਜਿਹੜਾ ਇੰਟਰਨੈਸ਼ਨਲੀ ਬੁਰਾ ਪ੍ਰਭਾਵ ਪੈ ਰਿਹਾ ਹੈ ਜਾਂ ਮੀਡੀਆ ਦੇ ਵਿੱਚ ਸਾਡੀ ਬਦਨਾਮੀ ਹੋ ਰਹੀ ਹੈ? ਦੇਖੋ, ਜਿੱਥੋਂ ਤੱਕ ਮੋਦੀ ਦੀ ਗੱਲ ਹੈ ਕਿ ਜੇ ਤਾਂ ਕੋਈ ਵਰਤਾਰਾ ਜਿਹੜਾ ਕਿ ਮਾੜਾ ਵਰਤਾਰਾ ਦੇਸ਼ 'ਚ ਵਾਪਰਦਾ ਉਹ ਅਚਾਨਕ ਵਾਪਰਦਾ ਵਾ ਤੇ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਆ ਉਹ ਕੁਦਰਤੀ ਗੱਲ ਹੈ ਕਿ ਉਹਦਾ ਵਿਰੋਧ ਕਰੂਗਾ, ਪਰੰਤੂ ਇਹ ਸਾਰਾ ਕੁਝ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਹੋ ਰਿਹਾ, ਇੱਕ ਯੋਜਨਾਬੰਦੀ ਦੇ ਅਧੀਨ ਹੋ ਰਿਹਾ, ਇੱਕ ਰਣਨੀਤੀ ਜਿਹੜੀ ਉਲੀਕੀ ਗਈ ਆ ਉਹਦੇ ਅਧੀਨ ਹੋ ਰਿਹਾ। ਸੋ ਉਸ ਯੋਜਨਾਬੰਦੀ ਦੇ ਅਧੀਨ ਇਹ ਜਿਹੜੀ ਮੋਦੀ ਦੀ ਚੁੱਕੀ ਆ ਉਸ ਯੋਜਨਾਬੰਦੀ ਕਾਰਨ ਆ ਕਿ ਦੇਖੋ ਜੋ ਕੁਝ ਇਹ ਕੀਤਾ ਜਾ ਰਿਹਾ ਵਾ, ਜਿਹੜੀ ਉਹਨਾਂ ਨੇ ਯੋਜਨਾਬੰਦੀ ਉਲੀਕੀ ਆ ਇਹਦੀ ਸਫਲਤਾ ਕਿੰਨੀ ਆ ਜੀ, ਤੇ ਉਹਦੀ ਸਫਲਤਾ ਦੇ ਮੁਤਾਬਕ ਉਸ ਤੋਂ ਬਾਅਦ ਮੋਦੀ ਆ ਜਿਹੜਾ ਉਹ ਉਸ ਪਾਸੇ ਆ ਜਿਹੜਾ ਤੁਰੂਗਾ, ਉਸ ਪਾਸੇ ਕਮੈਂਟ ਕਰੂਗਾ, ਉਸ ਪਾਸੇ ਬੋਲੂਗਾ। ਜੇ ਉਹਨਾਂ ਨੂੰ ਆਪਣੀ ਯੋਜਨਾਬੰਦੀ ਦੇ ਵਿੱਚ ਕੋਈ ਊਣਤਾਈ ਲੱਗਦੀ ਆ ਜਾਂ ਉਹਨਾਂ ਨੂੰ ਲੱਗਦਾ ਕਿ ਸਾਡੀ ਯੋਜਨਾਬੰਦੀ ਆ ਜਿਹੜੀ ਸਫਲ ਨਹੀਂ ਹੋ ਸਕਦੀ, ਫਿਰ ਮੋਦੀ ਦੇ ਬੋਲਣ ਦਾ ਅੰਦਾਜ਼ ਹੋਰ ਹੋਊਗਾ। ਜੇ ਯੋਜਨਾਬੰਦੀ ਸਫਲਤਾ ਵਾਲੇ ਪਾਸੇ ਤੁਰਦੀ ਹੈ ਤੇ ਫਿਰ ਮੋਦੀ ਦੇ ਬੋਲਣ ਦਾ ਅੰਦਾਜ਼ ਆ ਜਿਹੜਾ ਹੋਰ ਹੋਊਗਾ। ਜੀ ਹੀਰਾ ਸਾਹਿਬ, ਇਹ ਸਾਰੇ ਇਸ਼ੂ ਨੂੰ ਮੁੱਖ ਰੱਖਦਿਆਂ ਹੋਇਆ ਜਦੋਂ ਅਸੀਂ ਗੱਲ ਕਰ ਰਹੇ ਹਾਂ ਤਾਂ ਤੁਹਾਨੂੰ ਜੇ ਪੰਜਾਬ ਦੀ ਗੱਲ ਕਰਨੀ ਹੋਵੇ, ਖਾਸ ਤੌਰ ਤੇ ਪੰਜਾਬ ਦੇ ਵਿੱਚ ਜਿਹੜਾ ਕਲਚਰ ਹੈਗਾ ਪੰਜਾਬੀਆਂ ਦਾ ਜਾਂ ਸਿੱਖ ਧਰਮ ਦੀ ਜੋ ਰਵਾਇਤ ਹੈਗੀ ਹੈ ਉਸ ਨੂੰ ਮੁੱਖ ਰੱਖਦਿਆਂ ਅਸੀਂ ਪਿਛੋਕੜ ਦੇ ਵਿੱਚ ਜੇ ਦੇਖੀਏ ਤਾਂ ਹਮੇਸ਼ਾ ਪੰਜਾਬ ਦੇ ਵਿੱਚੋਂ ਇੱਦਾਂ ਦੇ ਘਟਨਾਕ੍ਰਮ ਦੇ ਵਿਰੋਧ ਦੇ ਵਿੱਚ ਆਵਾਜ਼ ਉੱਠਦੀ ਹੈ। ਸੋ ਅੱਜ ਜਿਹੜੀ ਸਥਿਤੀ ਬਣੀ ਹੋਈ ਆ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਭਾਵੇਂ ਕਮਾਂਡ ਹੇਠ ਪੰਜਾਬ ਕਾਂਗਰਸ ਦੀ ਗੱਲ ਹੋਵੇ ਜਾਂ ਪ੍ਰਕਾਸ਼ ਸਿੰਘ ਬਾਦਲ ਦੀ ਕਮਾਂਡ ਹੇਠ ਅਕਾਲੀ ਦਲ ਦੀ ਗੱਲ ਹੋਵੇ, ਇਹਨਾਂ ਦਾ ਜਿਹੜਾ ਵਰਤਾਰਾ ਹੈਗਾ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੀ ਕਹਿਣਾ ਚਾਹੋਗੇ ਉਸ ਬਾਰੇ? ਦੇਖੋ, ਹੁਣ ਕਿਉਂਕਿ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ ਤੇ ਦੂਜੇ ਪਾਸੇ ਜੇ ਅਸੀਂ ਗੱਲ ਕਰਦੇ ਹਾਂ ਤੇ ਬਾਦਲ ਕੇ ਨੇ, ਕਿਉਂਕਿ ਇਹ ਦੋਨੇ ਤਾਕਤਾਂ ਨੇ ਜਿਹੜੀਆਂ, ਚਾਹੇ ਕਾਂਗਰਸ ਆ ਤੇ ਚਾਹੇ ਦੂਜੇ ਪਾਸੇ ਬਾਦਲ ਕੇ ਨੇ। ਬਾਦਲ ਕੇ ਕਿਉਂਕਿ ਭਾਜਪਾ ਦੇ ਗੁਲਾਮ ਨੇ, RSS ਦੇ ਗੁਲਾਮ ਨੇ, ਭਗਵਿਆਂ ਦੇ ਗੁਲਾਮ ਨੇ, ਇਸ ਕਾਰਨ ਉਹਨਾਂ ਵੱਲੋਂ ਅਸੀਂ ਕਿਸੇ ਗੱਲ ਦੀ ਇਸ ਤਰ੍ਹਾਂ ਦੀ ਉਮੀਦ ਹੀ ਨਹੀਂ ਕਰ ਸਕਦੇ ਕਿ ਉਹ ਉਹਨਾਂ ਦੀ ਕਿਸੇ ਨੀਤੀ ਦਾ ਵਿਰੋਧ ਕਰਨਗੇ, ਚਾਹੇ ਉਹ ਸਿੱਖ ਸਿਧਾਂਤਾਂ ਦੇ ਪੂਰੀ ਤਰ੍ਹਾਂ ਉਲਟ ਹੋਵੇ ਜੀ। ਕਿਉਂਕਿ ਇਹਨਾਂ ਲੋਕਾਂ ਨੇ ਤਾਂ ਗੁਰੂ ਸਾਹਿਬ ਦੀ ਬੇਅਦਬੀ ਆ ਜਿਹੜੀ ਉਹਨੂੰ ਵੀ ਬਰਦਾਸ਼ਤ ਕੀਤਾ, ਸਿੱਖ ਧਰਮ ਤੇ ਜਿਹੜੇ ਹੋਰ ਹਮਲੇ ਹੋਏ ਨੇ ਉਹਨਾਂ ਨੂੰ ਵੀ ਇਹਨਾਂ ਨੇ ਬਰਦਾਸ਼ਤ ਕੀਤਾ, ਉਹਨਾਂ ਦਾ ਸਗੋਂ ਉਲਟਾ ਸਾਥ ਦਿੱਤਾ ਵਾ ਵਿਰੋਧੀ ਧਿਰਾਂ ਦਾ, ਹਮਲੇ ਕਰਨ ਵਾਲੀਆਂ ਦਾ। ਤੇ ਦੂਜੇ ਪਾਸੇ ਜਿਹੜੀ ਕੈਪਟਨ ਦੀ ਸਥਿਤੀ ਆ ਜਿਹੜੀ ਉਹ ਇਸ ਵੇਲੇ ਸਾਡੇ ਸਾਹਮਣੇ ਆਈ ਹੋਈ ਆ ਕਿ ਕਿਤੇ ਨਾ ਕਿਤੇ ਜਾ ਕੇ ਉਹ ਜਿਹੜੀ ਮੋਦੀ ਸਰਕਾਰ ਆ ਉਹਦੇ ਵਿਰੋਧ ਦੇ ਵਿੱਚ ਨਹੀਂ ਖੜਾ ਹੋ ਸਕਦਾ। ਉਹ ਮੋਦੀ ਸਰਕਾਰ ਦੇ ਵਿਰੋਧ ਦੇ ਵਿੱਚ ਕਿਸੇ ਤਰ੍ਹਾਂ ਦਾ ਕਦਮ ਆ ਜਿਹੜਾ ਕੈਪਟਨ ਵੱਲੋਂ ਨਹੀਂ, ਅੰਦਰ ਖਾਤੇ ਕੀ ਗੱਠਜੋੜ ਹੋਇਆ, ਕੀ ਸਮਝੌਤੇ ਹੋਏ ਨੇ, ਉਹ ਹੌਲੀ ਹੌਲੀ ਕਰਕੇ ਸਾਡੇ ਸਾਹਮਣੇ ਆਊ। ਪਰੰਤੂ ਅੱਜ ਦੀ ਸਥਿਤੀ ਦੇ ਵਿੱਚ ਭਾਜਪਾ ਦਾ ਜਿਹੜਾ ਵਿਰੋਧ ਆ ਉਹ ਪੰਜਾਬ ਦੀ ਕਿਸੇ ਵੀ ਧਿਰ ਵੱਲੋਂ ਉਸ ਪੱਧਰ ਤੇ ਨਹੀਂ ਹੋ ਰਿਹਾ ਜਿਸ ਪੱਧਰ ਤੇ ਹੋਣਾ ਚਾਹੀਦਾ ਸੀ। ਜੀ ਬਿਲਕੁਲ ਹੀਰਾ ਸਾਹਿਬ, ਅੰਤ ਦੇ ਵਿੱਚ ਇਸ ਇਸ਼ੂ ਨੂੰ ਖਾਸ ਤੌਰ ਤੇ ਜਸਟਿਸ ਫਾਰ ਅਸੀਫਾ ਦੇ ਨਾਂ ਹੇਠ ਜਿਹੜੀ ਕਠੂਆ ਦੀ ਘਟਨਾ ਹੈਗੀ ਹੈ ਇਹਦੇ ਵਿਰੋਧ ਦੇ ਵਿੱਚ ਥਾਂ ਥਾਈਂ ਜਿਹੜੇ ਵਿਰੋਧ ਪ੍ਰਦਰਸ਼ਨ ਨੇ ਉਹ ਭਾਰਤ ਦੇ ਵਿੱਚ ਵੀ ਹੋ ਰਹੇ ਨੇ, ਤੇ ਜੇ ਅਸੀਂ ਬਾਹਰ ਵੀ ਦੇਖਣਾ ਹੋਵੇ ਤੇ ਬਾਹਰ ਵੀ ਇੱਥੇ ਨਿਊਯਾਰਕ ਦੇ ਵਿੱਚ ਜਾਂ ਹੋਰ ਥਾਵਾਂ ਤੇ ਜਿੱਥੇ ਅਸੀਂ ਡਾਇਸਪੋਰਾ ਦੇ ਵਿੱਚ ਬੈਠੇ ਹਾਂ ਉਲੀਕੇ ਜਾ ਰਹੇ ਨੇ ਨਰਿੰਦਰ ਮੋਦੀ ਦੀ ਸਰਕਾਰ ਦੇ ਖਿਲਾਫ। ਸੋ ਜਿਹੜੇ ਦਰਸ਼ਕ ਜਾਂ ਸਰੋਤੇ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ ਸੰਗਤੀ ਰੂਪ ਦੇ ਵਿੱਚ, ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਸਿੱਖ ਪਰਸਪੈਕਟਿਵ ਤੋਂ, ਸਿੱਖ ਨੁਕਤਾ ਨਿਗਾਹ ਤੋਂ? ਦੇਖੋ, ਸਿੱਖ ਨੁਕਤਾ ਨਿਗਾਹ ਤੋਂ ਤਾਂ ਬਿਲਕੁਲ ਹੀ ਹੈ ਕਿ ਅਸੀਂ ਕਿਸੇ ਨੂੰ ਵੀ ਕੋਈ ਵੀ ਤਾਕਤ ਆ, ਚਾਹੇ ਉਹ ਦੁਨੀਆ ਦੀ ਕੋਈ ਵੀ ਤਾਕਤ ਆ, ਉਹਨੂੰ ਇਸ ਗੱਲ ਦੀ ਆਗਿਆ ਨਹੀਂ ਦੇ ਸਕਦੀ ਕਿ ਉਹ ਨਿਮਾਣਿਆਂ ਤੇ ਨਤਾਣਿਆਂ ਤੇ ਆ ਜਿਹੜਾ ਉਹ ਜ਼ੋਰ ਜ਼ਬਰ ਆ ਜਿਹੜਾ ਉਹ ਕਰੇ। ਸੋ ਸਿੱਖ ਦਾ ਫਰਜ਼ ਆ ਕਿ ਉਹ ਇਸ ਤਰ੍ਹਾਂ ਦੇ ਜ਼ੁਲਮ ਦੇ ਵਿਰੁੱਧ ਮੈਦਾਨ ਦੇ ਵਿੱਚ ਨਿਤਰੇ ਤੇ ਉਹ ਆਵਾਜ਼ ਜਿਹੜੀ ਦਸ਼ਮੇਸ਼ ਪਿਤਾ ਨੇ ਜਿਹੜਾ ਸਾਨੂੰ ਮਾਰਗ ਦਿੱਤਾ ਸੀ, ਸਾਨੂੰ ਉਸ ਮਾਰਗ ਦੇ ਅਨੁਸਾਰ
ਇਸ ਤਰ੍ਹਾਂ ਦੇ ਜ਼ੁਲਮ ਦਾ, ਖਾਸ ਕਰਕੇ ਜਿਹੜਾ ਇਹ ਬਾਲੜੀ ਤੇ ਇਸ ਤਰ੍ਹਾਂ ਦਾ ਹਵਾਨੀਅਤ ਹੋਈ ਆ, ਤੇ ਉਸ ਹਵਾਨੀਅਤ ਦੇ ਹੱਥ 'ਚ ਜਿਹੜੀਆਂ ਧਿਰਾਂ ਨਿਤਰੀਆਂ ਨੇ ਉਹਨਾਂ ਦਾ ਸਾਨੂੰ ਡਟ ਕੇ ਵਿਰੋਧ ਆ ਜਿਹੜਾ ਉਹ ਜ਼ਰੂਰ ਕਰਨਾ ਚਾਹੀਦਾ। ਜੀ ਬਿਲਕੁਲ ਹੀਰਾ ਸਾਹਿਬ, ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਸੋ ਅੰਤ ਦੇ ਵਿੱਚ ਤੁਹਾਡਾ ਧੰਨਵਾਦ ਕਰਦੇ ਹਾਂ, ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਅੱਜ ਦੀ ਗੱਲਬਾਤ ਸੀ ਰੋਜ਼ਾਨਾ ਪਹਿਰੇਦਾਰ ਅਖਬਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਹੋਰਾਂ ਦੇ ਨਾਲ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ, ਇਸ ਪਲੇਟਫਾਰਮ ਨੂੰ ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਨੂੰ ਸਾਡੀ ਵੈਬਸਾਈਟ ਤੇ ਜਾ ਕੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ ਜਾਂ ਡੋਨੇਟ ਕਰ ਸਕਦੇ ਹੋ www.tv84.tv। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ, 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।